ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਗੁਰਸਿੱਖ ਦੇ ਜੀਵਨ ਦੀ ਜਿਹੜੀ ਹੈ ਨਾ ਰੋਜ਼ਾਨਾ ਪੜਚੋਲ ਹੈਗੀ ਆ, ਉਹ ਪੜਚੋਲ ਜੋ ਉਹ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਕੰਮ ਕਰਦਾ ਹੈਗਾ, ਉਹਨਾਂ ਦੀ ਪੜਚੋਲ ਹਰੇਕ ਸਿੱਖ ਲਈ ਬੜੀ ਜ਼ਰੂਰੀ ਹੈਗੀ ਆ। ਅਤੇ ਖਾਸ ਕਰਕੇ ਉਹਨਾਂ ਗੁਰਸਿੱਖਾਂ ਵਾਸਤੇ ਜਿਹੜੇ ਆਤਮ ਮਾਰਗ ਦੇ ਪਾਂਧੀ ਹੁੰਦੇ ਆ, ਜਿਨ੍ਹਾਂ ਨੇ ਕਿਸੇ ਮੰਜ਼ਿਲ 'ਤੇ ਪਹੁੰਚਣਾ ਹੁੰਦਾ ਹੈ, ਕਿਸੇ ਨਾ ਕਿਸੇ ਮੁਕਾਮ ਨੂੰ ਹਾਸਲ ਕਰਨਾ ਹੁੰਦਾ ਹੈਗਾ। ਸੋ ਉਹਨਾਂ ਨੂੰ ਹੈ ਨਾ ਆਪਣੇ ਜੀਵਨ ਦੇ ਵਿੱਚ ਬੜਾ ਫੂਕ ਕੇ, ਬੜਾ ਹੌਲੇ ਹੌਲੇ, ਬੜਾ ਧਿਆਨ ਦੇ ਵਿੱਚ ਹੈ ਨਾ ਕਦਮ ਰੱਖ ਕੇ ਤੁਰਨਾ ਪੈਂਦਾ ਹੈਗਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਜਾਣੀ ਇਹ ਸਮਝਾਇਆ ਹੈਗਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਬਾਨ ਮਾਹੇ ਸਿਰ ਨੀਵਾਂ ਕਰ ਦੇ। ਦੱਸਿਆ ਇਨਸਾਨ ਨੂੰ ਕਿ ਹੇ ਇਨਸਾਨ, ਅਗਰ ਤੂੰ ਬਰੀਕ ਬੁੱਧੀ ਵਾਲਾ ਤਾਂ ਕਾਲੇ ਲਿਖ ਨਾ ਲਿਖ, ਕਹਿੰਦੇ ਉਹ ਕੰਮ ਨਾ ਕਰ ਜਿਹਦੇ ਨਾਲ ਜਿਹੜੇ ਤੇਰੇ ਚੰਗੇ ਕਰਮ ਹਨ ਉਹਨਾਂ ਨੂੰ ਵੀ ਦਾਗ ਲੱਗ ਜਾਵੇ। ਇਸ ਕਰਕੇ ਜ਼ਰੂਰਤ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਅੰਦਰ ਝਾਕਣ ਦੀ ਇਨਸਾਨ ਨੂੰ ਸਮਝਾਇਆ ਕਿ ਤੂੰ ਆਪਣੀ ਬੁੱਕਲ ਦੇ ਵਿੱਚ ਇਹ ਝਾਕਣਾ ਕਿ ਤੇਰੇ 'ਚ ਇਹ ਕਿਹੜੇ ਔਗਣ ਹੈ, ਕਿਹੜਾ ਐਸਾ ਕੰਮ ਕਰ ਦਿੱਤਾ ਹੈ ਨਾ ਜਿਹਦੇ ਨਾਲ ਤੈਨੂੰ ਸ਼ਰਮਿੰਦਗੀ ਜਿਹੜੀ ਹੈ ਨਾ ਉਹ ਮਹਿਸੂਸ ਹੁੰਦੀ ਹੈ, ਜਾਂ ਤੇਰੀ ਜਿਹੜੀ ਰੋਜ਼ਾਨਾ ਦੀ ਚੜ੍ਹਦੀ ਕਲਾ ਹੈ ਨਾ ਉਹ ਘੱਟ ਹੋ ਰਹੀ ਹੈ। ਐਸਾ ਕਿਹੜਾ ਕੰਮ ਜਿਹੜਾ ਹੈ ਨਾ ਉਹ ਗਲਤ ਹੋ ਗਿਆ ਹੈਗਾ। ਇਸ ਕਰਕੇ ਗੁਰਸਿੱਖ ਨੂੰ ਵੱਡੀ ਤੋਂ ਵੱਡੀ ਗਲਤੀ ਅਤੇ ਛੋਟੀ ਤੋਂ ਛੋਟੀ ਗਲਤੀ ਵੀ ਉਹਦੀ ਭਜਨ ਬੰਦਗੀ ਸਿਮਰਨ ਦੇ ਵਿੱਚ ਬਹੁਤ ਭਾਰੀ ਰੁਕਾਵਟ ਬਣ ਜਾਂਦੀ ਹੈਗੀ ਆ। ਇਸ ਕਰਕੇ ਅਸੀਂ ਉਹ ਗੁਣ ਧਾਰਨ ਕਰਨੇ ਆ ਕਿ ਜਿਨ੍ਹਾਂ ਗੁਣਾਂ ਦੇ ਕਾਰਨ ਨਾ ਸਾਡੀ ਜਿਹੜੀ ਭਜਨ ਸਿਮਰਨ ਦੀ ਜੋ ਤਰੱਕੀ ਹੈਗੀ ਆ, ਉਸ ਦੇ ਵਿੱਚ ਕੋਈ ਵੀ ਕੰਮ ਜਿਹੜਾ ਹੈ ਨਾ ਰੁਕਾਵਟ ਨਾ ਬਣੇ, ਸਗੋਂ ਕਿ ਸਾਡੀ ਜਿਹੜੀ ਸਿਮਰਨ ਦੀ ਰਫਤਾਰ ਵਾ ਨਾ ਉਹ ਵਧਣੀ ਚਾਹੀਦੀ ਹੈ। ਸਾਡੀ ਸਿਮਰਨ ਦੀ ਰਫਤਾਰ ਨੂੰ ਜਿਹੜਾ ਹੈ ਨਾ ਪਿੱਛੋਂ ਸਹਾਇਤਾ ਮਿਲਣੀ ਚਾਹੀਦੀ ਹੈ। ਇਹ ਸਹਾਇਤਾ ਤਦੋਂ ਹੀ ਮਿਲਦੀ ਹੈ ਜਦੋਂ ਅਸੀਂ ਨਾ ਸ਼ੁਭ ਕਰਮ ਕਰਦੇ ਹਾਂ। ਉਹ ਕੰਮ ਅਸੀਂ ਨਹੀਂ ਕਰਨਾ ਜਿਸ ਕੰਮਾਂ ਦੇ ਵਿੱਚ ਜਿਹੜਾ ਹੈ ਨਾ ਉਹ ਸਾਨੂੰ ਮਾਣ ਹੋਵੇ। ਭਾਵ ਕੀ ਹੈ ਕਿ ਕੰਮ ਤਾਂ ਭਾਵੇਂ ਬਹੁਤ ਵਧੀਆ ਹੈਗਾ, ਲੇਕਿਨ ਉਸ ਕੰਮ ਦੇ ਵਿੱਚ ਸਾਡੀ ਜਿਹੜੀ ਨੀਅਤ ਵਾ, ਜਿਹੜੀ ਸਾਡੀ ਖੋਟ ਹੈਗੀ ਆ, ਉਹ ਨਹੀਂ ਹੋਣੀ ਚਾਹੀਦੀ। ਅਗਰ ਅਸੀਂ ਕੋਈ ਵੀ ਵਧੀਆ ਕੰਮ ਕਰਦੇ ਹਾਂ, ਕਿਸੇ ਨੂੰ ਸੇਧ ਦਿੰਦੇ ਹਾਂ, ਅਤੇ ਦੁਨੀਆ ਦੇ ਵਿੱਚ ਮਾਣ ਵੀ ਜਿਹੜਾ ਹੈਗਾ ਉਹ ਸੰਗਤਾਂ ਤੋਂ ਅਸੀਂ ਹਾਸਲ ਕਰਦੇ ਹਾਂ, ਅਤੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾਣ ਨਹੀਂ ਹੋਣਾ ਚਾਹੀਦਾ ਹੈਗਾ ਕਿ ਮੇਰੇ ਵਰਗਾ ਇਹੋ ਜਿਹਾ ਕੰਮ ਜਿਹੜਾ ਹੈ ਨਾ ਦੁਨੀਆ 'ਚ ਕੋਈ ਕਰ ਨਹੀਂ ਸਕਦਾ। ਇਸ ਕਰਕੇ ਜਿਹੜਾ ਮਾਣ ਵਾ ਇਹ ਸਭ ਤੋਂ ਵੱਡੀ ਰੁਕਾਵਟ ਆ ਕਿ ਮਾਣ ਮੁਨੀਵਰ ਗਲੇ, ਕਿ ਮਾਣ ਤਾਂ ਵੱਡੇ ਵੱਡੇ ਮੁਨੀਆਂ ਨੂੰ ਗਾਲ ਛੱਡਦਾ ਹੈ, ਮਾਣ ਸਭੀ ਕੋ ਖਾਏ। ਕਿਉਂਕਿ ਮਾਣ ਜਿਹੜਾ ਹੈ ਨਾ ਇਹ ਇਨਸਾਨ ਦਾ ਜਪ ਤਪ ਜਿਹੜਾ ਹੈਗਾ ਸਾਰਾ ਨਸ਼ਟ ਕਰ ਦਿੰਦਾ ਹੈਗਾ। ਇਸ ਕਰਕੇ ਅਸੀਂ ਹੈ ਨਾ ਉਹ ਕੰਮ ਕਰਨੇ ਹੈਗੇ ਆ ਜਿਨ੍ਹਾਂ ਕੰਮਾਂ ਦੇ ਨਾਲ ਸਾਨੂੰ ਜਿਹੜਾ ਹੈ ਉਹ ਕਿਸੇ ਕਿਸਮ ਦਾ ਕੋਈ ਦਾਗ ਨਾ ਲੱਗੇ, ਸਾਡੇ ਅੰਦਰ ਕਿਸੇ ਕਿਸਮ ਦਾ ਕੋਈ ਝੋਰਾ ਨਾ ਹੋਵੇ, ਸਾਡੀ ਜ਼ਿੰਦਗੀ ਦੀ ਚੜ੍ਹਦੀ ਕਲਾ ਜਿਹੜੀ ਹੈ ਨਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਰੁਕਾਵਟ ਨਾ ਹੋਵੇ। ਉਹ ਕੰਮ ਜਿਹੜਾ ਹੈ ਨਾ ਵਾਹਿਗੁਰੂ ਨੂੰ ਪਸੰਦ ਨਾ ਹੋਵੇ। ਅਸੀਂ ਉਹ ਕੰਮ ਕਰਨੇ ਆ ਜਿਹਦੇ ਨਾਲ ਗੁਰੂ ਨਾਨਕ ਸਾਹਿਬ ਸਦਾ ਪ੍ਰਸੰਨ ਰਹਿਣ, ਅਤੇ ਉਹਨਾਂ ਦੀ ਜਿਹੜੀ ਪ੍ਰਸੰਨਤਾ ਹੈ ਨਾ ਸਾਨੂੰ ਜਿਹੜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਦੀ ਹੈ। ਇਸ ਤਰ੍ਹਾਂ ਅਸੀਂ ਹੈ ਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਹੈ ਉਹ ਗੁਰਸਿੱਖਾਂ ਦੇ ਕਾਰਜ ਅਗਰ ਅਸੀਂ ਦੇਖੀਏ ਕਿ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਭ ਕਰਮ ਵੀ ਕੀਤੇ, ਲੇਕਿਨ ਸ਼ੁਭ ਕੰਮ ਕਰਨ ਦੇ ਹੋਇਆਂ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਛ ਐਸੀਆਂ ਤਾਂ ਰਹਿ ਗਈਆਂ ਜਿਨ੍ਹਾਂ ਘਟੇ ਕਾਰਨ ਹੈ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕਾਰਜ ਸੀਗੇ ਹੈ ਨਾ ਉਹ ਵੀ ਜਿਹੜੇ ਸੀ ਉਹ ਰੋੜਾ ਬਣੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਚਾਹੇ ਦੁਨਿਆਵੀ ਤਰੱਕੀ ਕਰਨੀ ਹੈ, ਚਾਹੇ ਰੂਹਾਨੀਅਤ ਤਰੱਕੀ ਕਰਨੀ ਆ, ਫਿਰ ਅਸੀਂ ਉਹ ਕੰਮ ਕਰਨੇ ਆ ਜਿਹੜੇ ਪਾਰਦਰਸ਼ੀ ਹੋਣ। ਅਤੇ ਰੋਜ਼ ਦੇ ਰੋਜ਼ ਕੰਮਾਂ ਕਾਰਾਂ ਨੂੰ ਜਦੋਂ ਅਸੀਂ ਰਾਤ ਨੂੰ ਬੈਠ ਕੇ ਸੌਣ ਤੋਂ ਪਹਿਲਾਂ ਨਾ ਵਿਚਾਰ ਜ਼ਰੂਰ ਕਰਨੀ ਆਪਣੀ ਜ਼ਿੰਦਗੀ 'ਚ ਕਰਨੀ ਹੈਗੀ ਆ ਕਿ ਅੱਜ ਅਸੀਂ ਉਹ ਕੰਮ ਤਾਂ ਨਹੀਂ ਕੀਤਾ ਕਿ ਜਿਸ ਕੰਮ ਦੇ ਨਾਲ ਕਿਸੇ ਗਰੀਬ ਦਾ ਜਿਹੜਾ ਹਿਰਦਾ ਦੁਖੀ ਹੋ ਗਿਆ ਹੈਗਾ, ਕੋਈ ਅਸੀਂ ਐਸਾ ਬੋਲ ਤਾਂ ਨਹੀਂ ਬੋਲਿਆ ਜਿਹਦੇ ਨਾਲ ਕਿਸੇ ਦੇ ਮਨ ਨੂੰ ਠੇਸ ਲੱਗ ਗਈ ਹੈਗੀ ਆ। ਭਾਵ ਕੀ ਆ, ਇਸ ਤਰ੍ਹਾਂ ਦੇ ਅਸੀਂ ਹੈ ਨਾ ਜੋ ਜ਼ਿੰਦਗੀ ਦੀ ਜਿਹੜੀ ਅਗਰ ਰੋਜ਼ਾਨਾ ਪੜਚੋਲ ਕਰਾਂਗੇ, ਫਿਰ ਅਸੀਂ ਦੇਖਾਂਗੇ ਕਿ ਇਹ ਪੜਚੋਲ ਜਿਹੜੀ ਹੈ ਨਾ ਸਾਡੇ ਹਿਰਦੇ ਨੂੰ ਸ਼ੁੱਧ ਕਿਵੇਂ ਕਰਦੀ ਆ, ਸਾਡੇ ਵਿਚਾਰਾਂ ਨੂੰ ਉੱਚਾ ਕਿਵੇਂ ਕਰਦੀ ਆ, ਸਾਡੇ ਜੀਵਨ ਦੇ ਵਿੱਚ ਖੁਸ਼ਹਾਲੀ ਕਿਵੇਂ ਲਿਆਉਂਦੀ ਹੈ। ਜਿਵੇਂ ਗੁਰਬਾਣੀ ਦਾ ਫਰਮਾਨ ਕਿ ਸਤ ਸੁਹਾਨ ਸਦਾ ਮਨ ਚਾਹੋ, ਅਤੇ ਜਦੋਂ ਅੰਦਰ ਜਿਹੜਾ ਹੈ ਨਾ ਸੱਤ ਆ ਜਾਵੇ ਤਾਂ ਸੱਤ ਸੋਹਣਾ ਹੁੰਦਾ, ਸੁਹਾਨ ਹੁੰਦਾ, ਅਤੇ ਸੱਚ ਦੇ ਨਾਲ ਸਦਾ ਹੀ ਹਿਰਦੇ ਦੇ ਅੰਦਰ ਹੈ ਨਾ ਚਾਅ ਬਣਿਆ ਰਹਿੰਦਾ ਹੈਗਾ।
ਜਿਵੇਂ ਇੱਕ ਸਿੱਖ ਬੀਬੀ ਜੋ ਕਾਫੀ ਸਿੱਖ ਧਰਮ ਦੇ ਜਿਹੜੇ ਹੈਗੇ ਉਹ ਬੜੇ ਭਾਵਨਾ ਦੇ ਵਿੱਚ ਹੈ ਨਾ ਪ੍ਰਚਾਰ ਕਰਦੇ ਹੈਗੇ ਆ, ਉਹਨਾਂ ਦੇ ਜੀਵਨ ਦੀ ਜਿਹੜੀ ਹੈ ਨਾ ਇੱਕ ਘਟਨਾ ਦੱਸਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਉਹ ਦੱਸਦੇ ਸੀ ਕਿ ਉਹਨਾਂ ਨੇ ਹੈ ਨਾ ਕਿਸੇ ਇੱਕ ਜਗ੍ਹਾ ਜਾ ਕੇ ਨਾ 2-3 ਦੀਵਾਨ ਜਿਹੜੇ ਸੀ ਉਹ ਸਿੱਖੀ ਦੇ ਪ੍ਰਚਾਰ ਵਾਸਤੇ ਜਿਹੜੇ ਸੀ ਉਹ ਲਾਏ ਸੀਗੇ, ਲੇਕਿਨ ਹਰੇਕ ਦੀਵਾਨ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਫੁਰਨਾ ਬਣ ਜਾਂਦਾ ਸੀਗਾ ਕਿ ਅੱਜ ਅਸੀਂ ਉਹਨਾਂ ਗੁਰਸਿੱਖ ਬੀਬੀਆਂ ਨੂੰ ਸਰੋਪੇ ਦੇਣੇ ਆ ਜਿਹੜੀਆਂ ਬੀਬੀਆਂ ਧਰਮ ਦੇ ਇਸ ਕਾਨੂੰਨ ਦੀ ਪਾਲਣਾ ਕਰਨਗੀਆਂ। ਸੋ ਸਿੱਖ ਬੀਬੀ ਨੇ ਇੱਕ ਦੀਵਾਨ ਦੇ ਵਿੱਚ ਜਿਹੜਾ ਸੀਗਾ ਇਹ ਸਾਰੀਆਂ ਬੀਬੀਆਂ ਨੂੰ ਆਖਿਆ ਸੀਗਾ ਕਿ ਜਿਹੜੀਆਂ ਬੀਬੀਆਂ ਆਪਣੀਆਂ ਜੋ ਕਿਰਪਾਨਾਂ ਹੈਗੀਆਂ ਉਹ ਉੱਪਰ ਦੀ ਪਾਉਣਗੀਆਂ ਨਾ, ਉਹਨਾਂ ਨੂੰ ਸਰੋਪੇ ਦਿੱਤੇ ਜਾਣਗੇ। ਸੋ ਇਹਨਾਂ 5 ਕਕਾਰਾਂ ਦੇ ਵਿੱਚ ਜਿਹੜੀ ਕਿਰਪਾਨ ਸਿੱਖ ਬੀਬੀ ਆਪਣੇ ਉੱਪਰ ਦੀ ਪਾਏਗੀ ਉਹਨੂੰ ਨਾ ਸਰੋਪੇ ਬਖਸ਼ੇ ਜਾਣਗੇ। ਸੋ ਦੇਖੋ ਉਸ ਤੋਂ ਬਾਅਦ ਦੀਵਾਨ ਦੇ ਵਿੱਚ ਵੀ 25 ਬੀਬੀਆਂ ਉੱਠੀਆਂ ਹੈ, ਉਹਨਾਂ ਨੇ ਸੰਕਲਪ ਲਿਆ ਅਤੇ ਉਹਨਾਂ ਨੂੰ ਉਸ ਬੀਬੀ ਨੇ ਹੈ ਨਾ ਫਿਰ ਸਰੋਪੇ ਬਖਸ਼ੇ। ਫਿਰ ਅਗਲੇ ਦੀਵਾਨ ਦੇ ਵਿੱਚ ਉਸਨੇ ਫਿਰ ਇਹੋ ਜਿਹੜਾ ਹੈ ਨਾ ਐਲਾਨ ਬੜਾ ਕੀਤਾ ਹੈਗਾ ਕਿ ਜਿਹੜੀਆਂ ਸਿੱਖ ਬੀਬੀਆਂ ਅੱਜ ਤੋਂ ਬਾਅਦ ਜਿਹੜੇ ਹਨ ਆਪਣੇ ਜੋ ਭਰਵੱਟੇ ਹੈਗੇ ਆ ਇਹਨਾਂ ਦਾ ਕਦੀ ਮੁੰਨਣ ਨਹੀਂ ਕਰਾਉਣਗੇ ਹੈ ਨਾ, ਉਹਨਾਂ ਨੂੰ ਸਰੋਪੇ ਦਿੱਤੇ ਜਾਣਗੇ। ਸੋ ਉਸ ਦੇ ਵਿੱਚ ਵੀ 20-25 ਬੀਬੀਆਂ ਜਿਹੜੀਆਂ ਸੀ ਸਾਹਮਣੇ ਆਈਆਂ ਅਤੇ ਉਸ ਬੀਬੀ ਨੇ ਉਹਨਾਂ ਬੀਬੀਆਂ ਦਾ ਮਾਣ ਤਾਣ ਕਰਕੇ ਉਹਨਾਂ ਨੂੰ ਹੈ ਨਾ ਗੁਰੂ ਘਰ ਵੱਲੋਂ ਬਖਸ਼ੇ ਜਿਹੜੇ ਸੀ ਉਹ ਸਰੋਪੇ ਦਿੱਤੇ ਆ। ਇਸ ਤਰ੍ਹਾਂ ਤੀਸਰੇ ਦੀਵਾਨ ਦੇ ਵਿੱਚ ਫਿਰ ਉਸ ਬੀਬੀ ਨੇ ਇਹ ਗੱਲ ਆਖੀ ਸੀ ਕਿ ਜਿਹੜੀਆਂ ਬੀਬੀਆਂ ਖਾਸ ਕਰਕੇ ਇਹ ਸੰਕਲਪ ਕਰਨ ਕਿ ਉਹ ਹਮੇਸ਼ਾ ਸਿਰ ਢੱਕ ਕੇ ਰੱਖਣਗੀਆਂ, ਖਾਸ ਕਰਕੇ ਨਾ ਵਿਆਹ ਸ਼ਾਦੀ ਜਾਂ ਪਾਰਟੀਆਂ ਦੇ ਸਮੇਂ ਦੇ ਵਿੱਚ ਜਿਹੜੇ ਹੈ ਨਾ ਆਪਣੇ ਸਿਰ ਕਦੇ ਵੀ ਨੰਗੇ ਨਹੀਂ ਕਰਨਗੀਆਂ, ਉਹਨਾਂ ਨੂੰ ਸਰੋਪੇ ਜਿਹੜੇ ਬਖਸ਼ੇ ਜਾਣਗੇ। ਫਿਰ ਦੇਖੋ ਇਸੇ ਤਰ੍ਹਾਂ ਹੈ ਨਾ ਉਸ ਦੀਵਾਨ ਦੇ ਵਿੱਚ ਵੀ 20-25 ਬੀਬੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਇਹ ਸੰਕਲਪ ਲਿਆ ਸੀ, ਉਹਨਾਂ ਨੂੰ ਵੀ ਸਰੋਪੇ ਬਖਸ਼ੇ ਗਏ। ਸੋ ਇਸ ਤਰ੍ਹਾਂ ਉਹ ਬੀਬੀ ਦੇ ਨਾ ਮਨ ਦੇ ਵਿੱਚ ਜਿਹੜਾ ਸੀਗਾ ਬੜਾ ਚਾਅ ਵੀ ਆਇਆ, ਲੇਕਿਨ ਇਹ ਚਾਅ ਜਿਹੜਾ ਸੀ ਨਾ ਥੋੜ੍ਹਾ ਮਾਣ ਦੇ ਵਿੱਚ ਵੀ ਬਦਲ ਗਿਆ ਕਿ ਇਹ ਜਿਹੜਾ ਮੈਂ ਕੰਮ ਉੱਦਮ ਕੀਤਾ ਹੈਗਾ ਅਤੇ ਇਹ ਮੇਰੇ ਵੱਲੋਂ ਵਾਹਿਗੁਰੂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉੱਦਮ ਕਰਾ ਲਿਆ ਹੈਗਾ। ਪਰ ਫਿਰ ਵੀ ਜੋ ਉਹ ਮਾਣ ਦੀ ਜੋ ਅੰਸ਼ ਹੁੰਦਾ ਹੈ ਨਾ ਅੰਦਰ ਕਿਸੇ ਕਾਰਜ ਦੀ ਸਫਲਤਾ ਦੀ ਜੋ ਸਿੱਧੀ ਅੰਦਰ ਬਣ ਜਾਂਦੀ ਹੈ, ਉਹਦੀ ਜਿਹੜੀ ਥੋੜ੍ਹੀ ਜਿਹੀ ਬਹੁਤ ਹੀ ਹਉਮੈ ਪੈਦਾ ਹੁੰਦੀ ਹੈ, ਉਹ ਹਉਮੈ ਜਿਹੜਾ ਨਾ ਬੜਾ ਭਾਰਤ ਸਿੱਖ ਦਾ ਨੁਕਸਾਨ ਕਰਾਉਂਦੀ ਆ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਵਾਹਿਗੁਰੂ ਨੂੰ ਕਦੀ ਹਉਮੈ ਨਹੀਂ ਪਾਉਂਦੀ, ਹਰ ਜੀਉ ਹੰਕਾਰ ਨਾ ਭਾਵੇ। ਸੋ ਉਹ ਜਿਹੜੀ ਸਿੱਖ ਬੀਬੀ ਸੀ ਉਹ ਵੀ ਇੱਕ ਨੇਮ ਜਿਹੜੀ ਰੱਖਦੀ ਸੀ ਕਿ ਉਹ ਅੰਮ੍ਰਿਤ ਵੇਲੇ ਰੋਜ਼ ਦਰਬਾਰ ਸਾਹਿਬ ਜਾ ਕੇ ਜਿਹੜੇ ਸੀ ਉਹ ਮੱਥਾ ਟੇਕ ਕੇ ਕੀਰਤਨ ਸਰਵਣ ਕਰਦੀ ਹੁੰਦੀ ਸੀ। ਸੋ ਉਹ ਤੀਸਰੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦ ਦਰਬਾਰ ਸਾਹਿਬ ਆਈ ਆ, ਜਦੋਂ ਮੱਥਾ ਟੇਕ ਕੇ ਜਿਸ ਜਗ੍ਹਾ ਦੇ ਵਿੱਚ ਉਹ ਰੋਜ਼ ਬਹਿੰਦੀ ਹੁੰਦੀ ਸੀ ਅਤੇ ਉੱਥੇ ਇੱਕ ਬੀਬੀ ਪਹਿਰੇ 'ਤੇ ਖੜ੍ਹੀ ਸੀ। ਜਦੋਂ ਬੀਬੀ ਆਪਣੀ ਜਗ੍ਹਾ 'ਤੇ ਬੈਠਣ ਲੱਗੀ ਤਾਂ ਉਹ ਜਿਹੜੀ ਪਹਿਰੇਦਾਰ ਬੀਬੀ ਉਸ ਸਮੇਂ ਪਹਿਰਾ ਜਿਹੜੀ ਸੀ ਉਹ ਦੇ ਰਹੀ ਸੀ, ਉਹਨੇ ਇਸ ਬੀਬੀ ਨੂੰ ਹੈ ਨਾ ਬੈਠਣ ਤੋਂ ਮਨਾ ਕਰ ਦਿੱਤਾ ਕਿ ਤੂੰ ਇਸ ਜਗ੍ਹਾ 'ਤੇ ਨਹੀਂ ਬੈਠਣਾ। ਪਰ ਉਹ ਬੀਬੀ ਮਨ ਦੇ ਵਿੱਚ ਵਿਚਾਰ ਕਰੇ ਵੀ ਇਹ ਜਗ੍ਹਾ ਵੀ ਖਾਲੀ ਹੈ ਅਤੇ ਇੱਥੇ ਮੈਂ ਰੋਜ਼ ਬੈਠ ਕੇ ਕੀਰਤਨ ਸਰਵਣ ਕਰਦੀ ਹਾਂ, ਲੇਕਿਨ ਇਹ ਜੋ ਪਹਿਰੇਦਾਰ ਬੀਬੀ ਜਿਹੜੀ ਸੇਵਾ 'ਤੇ ਖੜ੍ਹੀ ਆ ਇਹਨੇ ਮੈਨੂੰ ਇਸ ਜਗ੍ਹਾ 'ਤੇ ਬੈਠਣ ਤੋਂ ਰੋਕ ਦਿੱਤਾ ਹੈਗਾ। ਸੋ ਕੁਝ ਚਿਰ ਖੜ੍ਹੀ ਸੋਚਦੀ ਰਹੀ, ਪਰ ਜਦ ਦੁਬਾਰਾ ਬੈਠਣ ਲੱਗੀ ਤਾਂ ਪਹਿਰੇਦਾਰ ਵਾਲੀ ਜਿਹੜੀ ਬੀਬੀ ਸੀ ਥੋੜ੍ਹੀ ਤਲਖੀ ਦੇ ਵਿੱਚ ਜਿਹੜੀ ਸੀ ਉਹ ਬੋਲੀ ਕਿ ਮੈਂ ਜਦ ਤੈਨੂੰ ਪਹਿਲਾਂ ਕਹਿਤਾ ਕਿਸ ਜਗ੍ਹਾ 'ਤੇ ਨਹੀਂ ਬੈਠਣਾ, ਫਿਰ ਤੂੰ ਕਿਉਂ ਬੈਠਣ ਦਾ ਯਤਨ ਕਰ ਰਹੀ ਹੈ। ਪਰ ਫਿਰ ਵੀ ਉਹ ਬੀਬੀ ਜਿਹੜੀ ਉਹ ਖੜ੍ਹੀ ਰਹੀ ਅਤੇ ਕਦੀ ਤਾਂ ਉਹ ਪਹਿਰੇਦਾਰ ਬੀਬੀ ਵੱਲ ਦੇਖੇ ਅਤੇ ਕਦੀ ਜਗ੍ਹਾ ਵੱਲ ਦੇਖੇ, ਪਰ ਫਿਰ ਵੀ ਉਹਨੇ ਇਹ ਗੱਲ ਜਿਹੜੀ ਸੀ ਉਹ ਪਹਿਰੇਦਾਰ ਬੀਬੀ ਨੂੰ ਆਖੀ ਆ ਕਿ ਦਰਅਸਲ ਗੱਲ ਇਹ ਹੈ ਕਿ ਇਸ ਜਗ੍ਹਾ 'ਤੇ ਮੈਂ ਰੋਜ਼ ਬਹਿੰਦੀ ਹਾਂ ਅਤੇ ਇਹ ਜਗ੍ਹਾ ਵੀ ਖਾਲੀ ਹੈਗੀ ਆ, ਇਸ ਕਰਕੇ ਇੱਥੇ ਬੈਠਣ ਵਿੱਚ ਕੀ ਹਰਜ ਆ। ਪਰ ਪਹਿਰੇਦਾਰ ਵਾਲੀ ਜਿਹੜੀ ਬੀਬੀ ਸੀ ਥੋੜ੍ਹੀ ਹੋਰ ਤੇਜ਼ ਹੋ ਕੇ ਬੋਲੀ ਕਿ ਮੈਂ ਤੈਨੂੰ ਇਸ ਜਗ੍ਹਾ 'ਤੇ ਬੈਠਣ ਨਹੀਂ ਦੇਣਾ ਹੈਗਾ, ਤੂੰ ਬਾਹਰ ਜਾ ਕੇ ਜਿੱਥੇ ਮਰਜ਼ੀ ਬੈਠ, ਪਰ ਇਸ ਜਗ੍ਹਾ 'ਤੇ ਤੈਂ ਨਹੀਂ ਬੈਠਣਾ ਹੈਗਾ। ਜੋ ਜਦ ਥੋੜ੍ਹੀ ਜਿਹੀ ਤਲਖੀ ਇਸ ਤਰ੍ਹਾਂ ਦੀ ਵਧੀ ਤਾਂ ਫਿਰ ਉਹ ਜਿਹੜੀ ਸਿੱਖ ਬੀਬੀ ਸੀ ਫਿਰ ਚੁੱਪ ਕਰਕੇ ਉਹ ਦਰਬਾਰ ਸਾਹਿਬ ਤੋਂ ਨਾ ਬਾਹਰ ਨਿਕਲ ਕੇ ਫਿਰ ਉਹ ਜਿਹੜੀ ਸੀ ਇੱਕ ਜਗ੍ਹਾ 'ਤੇ ਬਾਹਰ ਬੈਠ ਗਈ। ਪਰ ਜਦ ਬਾਹਰ ਬੈਠੀ ਉਹਦੇ ਮਨ ਦੇ ਅੰਦਰ ਜਿਹੜੀ ਹੈ ਨਾ ਜੋ ਭਾਵਨਾ ਉਸ ਟਾਈਮ ਜਾਗੀ ਸੀ ਉਹ ਇਹ ਸੀ ਕਿ ਇਹ ਜਿਹੜੀ ਹੈ ਨਾ ਸਿੱਖ ਬੀਬੀ ਜਿਹਨੇ ਮੈਨੂੰ ਬੈਠਣ ਤੋਂ ਰੋਕ ਲਾਤੀ ਹੈਗੀ ਆ, ਇਹਦਾ ਮੈਂ ਪਤਾ ਕਰਨਾ ਹੈ ਕਿ ਇਹ ਜੋ ਸਿੱਖ ਬੀਬੀ ਪਹਿਰੇਦਾਰ ਸੇਵਾ 'ਤੇ ਖੜ੍ਹੀ ਹੈ ਕੌਣ ਹੈ। ਕਿਉਂਕਿ ਉਹ ਜੋ ਸਿੱਖ ਬੀਬੀ ਜਿਹਨੂੰ ਬੈਠਣ ਨਹੀਂ ਦਿੱਤਾ ਗਿਆ ਉਹਦੀ ਥੋੜ੍ਹੀ ਬਹੁਤ ਜੋ ਬਾਗਬੀਤ ਹੁੰਦੀ ਹੈਗੀ ਆ ਉਹ ਗੁਰਸਿੱਖਾਂ ਦੇ ਨਾਲ ਸਾਂਝੀ ਸੀ, ਅਤੇ ਉਹਦੇ ਮਨ ਦੇ ਵਿੱਚ ਇਹ ਜਿਹੜੇ ਸੀ ਵਿਚਾਰ ਦੇ ਫੁਰਨੇ ਜਿਹੜੇ ਉਹ ਜ਼ੋਰ ਨਾਲ ਉੱਠੇ ਆ ਕਿ ਮੈਂ ਵੱਡੇ ਜਿਹੜੇ ਸੇਵਾਦਾਰ ਹੈਗੇ ਆ ਉਹਨਾਂ ਨੂੰ ਕਹਿ ਕੇ ਇਸ ਬੀਬੀ ਦੀ ਜਿਹੜੀ ਨਾ ਬਦਲੀ ਹੈ ਇਸ ਜਗ੍ਹਾ 'ਤੇ ਜ਼ਰੂਰ ਕਰਾਉਣੀ ਹੈਗੀ ਆ। ਜਦ ਇਸ ਤਰ੍ਹਾਂ ਦੇ ਜਿਹੜੇ ਨਾ ਭਾਵ ਸੀ ਕਾਫੀ ਉੱਪਰ ਨੂੰ ਉੱਠੇ ਆ, ਪਰ ਬਾਅਦ ਦੇ ਵਿੱਚ ਫਿਰ ਉਸ ਸਿੱਖ ਬੀਬੀ ਨੇ ਮਨ ਦੇ ਵਿੱਚ ਜਿਹੜੀ ਸੀ ਵਿਚਾਰ
ਉਹ ਇਸ ਤਰ੍ਹਾਂ ਦੀ ਫੁਰੀ ਆ ਕਿ ਮੈਂ ਬਹੁਤ ਢੇਰ ਤੋਂ ਇਸ ਜਗ੍ਹਾ 'ਤੇ ਬੈਠ ਕੇ ਰੋਜ਼ਾਨਾ ਕੀਰਤਨ ਸਰਪਣ ਕਰਦੀ ਹਾਂ, ਪਰ ਅੱਜ ਜਗ੍ਹਾ ਖਾਲੀ ਹੋਣ ਦੇ ਬਾਵਜੂਦ ਵੀ ਉਸ ਸਿੱਖ ਬੀਬੀ ਨੇ ਮੈਨੂੰ ਇਸ ਜਗ੍ਹਾ 'ਤੇ ਬੈਠਣ ਤੋਂ ਰੋਕ ਦਿੱਤਾ ਹੈਗਾ। ਇਹਦਾ ਕੀ ਕਾਰਨ ਹੋ ਸਕਦਾ ਹੈਗਾ? ਪਰ ਜਦੋਂ ਉਹਨੇ ਇਸ ਕਾਰਨ ਨੂੰ ਆਪਣੇ ਅੰਦਰ ਬੜੇ ਗੌਰ ਦੇ ਨਾਲ ਪੜਚੋਲ ਕਰਕੇ ਦੇਖਿਆ ਹੈਗਾ, ਤਾਂ ਫਿਰ ਉਹਦੇ ਮਨ ਦੇ ਵਿੱਚ ਜੋ ਅੰਦਰੋਂ ਆਵਾਜ਼ ਆਈ ਉਹ ਇਹ ਸੀ ਕਿ ਤੈਂ ਜੋ ਦੀਵਾਨਾਂ ਵਿੱਚ ਬੜੇ ਵਧੀਆ ਕਾਰਜ ਕੀਤੇ ਸੀਗੇ, ਜਿਨ੍ਹਾਂ ਦੇ ਵਿੱਚ ਤੈਂ ਜਿਹੜੇ ਸੀਗੇ ਉਹ ਸਿੱਖ ਬੀਬੀਆਂ ਨੂੰ ਸਰੂਪੇ ਦਿੱਤੇ ਸੀਗੇ, ਜਿਹੜੀਆਂ ਬੀਬੀਆਂ ਸ੍ਰੀ ਸਾਹਿਬ ਛੋਟੀ ਜਿਹੜੀ ਹੈ ਉਹ ਉੱਪਰ ਦੀ ਪਾਉਣਗੀਆਂ, ਆਪਣੇ ਭਰਵੱਟੇ ਨਹੀਂ ਮੁੰਨਣਗੀਆਂ, ਅਤੇ ਤੀਸਰਾ ਜਿਹੜੀਆਂ ਉਹ ਸਿੱਖ ਬੀਬੀਆਂ ਹੈ ਜਿਹੜੀਆਂ ਹਮੇਸ਼ਾ ਸਿਰ ਢੱਕ ਕੇ ਰੱਖਣਗੀਆਂ। ਬੜਾ ਵਧੀਆ ਪਰਉਪਕਾਰ ਸੀਗਾ, ਲੇਕਿਨ ਇਸ ਉਪਕਾਰ ਦੇ ਬਦਲੇ ਤੇਰੇ ਮਨ ਦੇ ਵਿੱਚ ਜਿਹੜੀ ਹਉਮੈ ਦੇ ਅੰਸ਼ ਜਿਹੜੇ ਸੀ ਪੈਦਾ ਹੋ ਗਏ ਸੀਗੇ। ਸੋ ਜਦੋਂ ਉਸ ਬੀਬੀ ਦੇ ਮਨ ਦੇ ਵਿੱਚ ਇਹ ਵਿਚਾਰ ਜਿਹੜੇ ਸੀਗੇ ਇਹ ਕਾਫੀ ਉੱਚੇ ਉੱਠੇ ਆ, ਫਿਰ ਉਹਦੇ ਮਨ ਦੀ ਜੋ ਭਾਵਨਾ ਸੀਗੀ ਕਿ ਇਹ ਜੋ ਸਿੱਖ ਬੀਬੀ ਪਹਿਰੇ 'ਤੇ ਹੈਗੀ ਆ, ਮੈਂ ਇਹਦੀ ਬਦਲੀ ਕਰਾ ਦਿਆਂਗੀ, ਉਹ ਭਾਵਨਾ ਜਿਹੜੀ ਹੈ ਉਹ ਮੱਠੀ ਪੈ ਗਈ। ਅਤੇ ਇਹ ਭਾਵਨਾ ਅੰਦਰ ਮਨ ਦੇ ਵਿੱਚ ਆ ਗਈ ਆ ਕਿ ਅਸਲ ਦੇ ਵਿੱਚ ਗਲਤੀ ਮੇਰੀ ਆ, ਕਿਉਂਕਿ ਮੇਰੇ ਮਨ ਦੇ ਵਿੱਚ ਕੰਮ ਤਾਂ ਭਾਵੇਂ ਸ਼ੁਭ ਸੀਗਾ, ਵਧੀਆ ਸੀਗਾ, ਉੱਤਮ ਸੀ, ਸੁੱਚਾ ਸੀਗਾ, ਪਰ ਇਸ ਕੰਮ ਦੇ ਅੰਦਰ ਮੇਰੇ ਵਿੱਚ ਜਿਹੜੀ ਹਉਮੈ ਹੈਗੀ ਆ ਉਹ ਜਾਗ ਪਈ ਹੈ। ਸੋ ਇਸ ਹਉਮੈ ਕਰਕੇ ਹੀ ਸ਼ਾਇਦ ਹੋ ਸਕਦਾ ਹੈਗਾ ਕਿ ਉਸ ਬੀਬੀ ਨੇ ਮੈਨੂੰ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਬੈਠਣ ਨਹੀਂ ਦਿੱਤਾ, ਕਿ ਜਿਹੜਾ ਮੈਂ ਰੋਜ਼ ਬੈਠ ਕੇ ਇੱਥੇ ਕੀਰਤਨ ਦਾ ਆਨੰਦ ਮਾਣਦੀ ਸੀਗੀ। ਖੈਰ ਇਹ ਮਨ ਸੋਚ ਕੇ ਜਦ ਉਹ ਬੀਬੀ ਜਿਹੜੀ ਸੀ ਉਹ ਬਾਹਰ ਬੈਠੀ ਆ, ਕੁਦਰਤੀ ਜਿਹੜੇ ਜੋ ਗੁਰਸਿੱਖ ਸੇਵਾਦਾਰ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠੇ ਸੀਗੇ, ਉਹ ਉੱਠ ਕੇ ਜਦ ਥੋੜ੍ਹਾ ਬਾਹਰ ਆਏ, ਉਹਨਾਂ ਨੇ ਆ ਕੇ ਜਦ ਉਸ ਬੀਬੀ ਵੱਲ ਨਜ਼ਰ ਚੱਕ ਕੇ ਦੇਖਿਆ ਤਾਂ ਉਹਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਵੇਂ ਬੈਠੇ ਆ? ਫਿਰ ਉਸ ਬੀਬੀ ਨੇ ਜਵਾਬ ਦਿੱਤਾ ਕਿ ਉਵੇਂ ਬੈਠੇ ਆ। ਫਿਰ ਉਸਨੇ ਕਿਹਾ ਚਲੋ ਠੀਕ ਹੈ। ਫਿਰ ਉਸਨੇ ਉਹਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਅੰਦਰੋਂ ਜਿਹੜਾ ਇਹ ਪਤਾਸਿਆਂ ਦਾ ਪ੍ਰਸ਼ਾਦ ਮਿਲਿਆ, ਇਸ ਨੂੰ ਤੁਸੀਂ ਗ੍ਰਹਿਣ ਕਰ ਲਓ। ਸੋ ਬੀਬੀ ਨੂੰ ਫਿਰ ਉਸ ਗ੍ਰੰਥੀ ਸਿੰਘ ਜੋ ਮਹਾਰਾਜ ਦੀ ਤਾਬਿਆ ਬੈਠੇ ਸੀ, ਉਹਨਾਂ ਨੇ ਉਸ ਬੀਬੀ ਨੂੰ ਪ੍ਰਸ਼ਾਦ ਜਦ ਦਿੱਤਾ ਤਾਂ ਉਹ ਬੀਬੀ ਜਿਹੜੀ ਸੀ ਉਹ ਮਨ ਦੇ ਵਿੱਚ ਖੁਸ਼ ਹੋ ਗਈ ਕਿ ਇਹ ਪ੍ਰਸ਼ਾਦ ਅਗਰ ਮੈਂ ਅੰਦਰ ਬੈਠੀ ਹੁੰਦੀ ਤਾਂ ਮੈਨੂੰ ਕਦੀ ਨਹੀਂ ਮਿਲਦਾ, ਪਰ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮੇਰੇ 'ਤੇ ਬਖਸ਼ਿਸ਼ ਕਰਕੇ ਇਹ ਪ੍ਰਸ਼ਾਦ ਜਿਹੜਾ ਹੈਗਾ ਮੈਨੂੰ ਅੰਦਰੋਂ ਜਿਹੜਾ ਹੈਗਾ ਉਹ ਬਾਹਰ ਭੇਜ ਦਿੱਤਾ ਹੈਗਾ। ਇਸ ਤਰ੍ਹਾਂ ਉਹ ਪ੍ਰਸ਼ਾਦ ਪ੍ਰਾਪਤ ਕਰਕੇ ਬੜੀ ਖੁਸ਼ ਹੋਈ। ਪਰ ਥੋੜ੍ਹੇ ਚਿਰ ਬਾਅਦ ਫਿਰ ਇੱਕ ਹੋਰ ਸੇਵਾਦਾਰ ਬਾਹਰ ਆਇਆ, ਉਹਨੇ ਵੀ ਉਸ ਦਾ ਨਾਂ ਲੈ ਕੇ ਪੁੱਛਿਆ ਕਿ ਤੁਸੀਂ ਤਾਂ ਰੋਜ਼ ਅੰਦਰ ਬੈਠੇ ਸੀ, ਅੱਜ ਤੁਸੀਂ ਬਾਹਰ ਕਿਵੇਂ ਬੈਠੇ ਆ? ਪਰ ਜਦ ਉਸ ਬੀਬੀ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਮੈਂ ਵੈਸੇ ਹੀ ਬੈਠੀ ਹਾਂ, ਤਾਂ ਫਿਰ ਉਸਨੇ ਕਿਹਾ ਹੈ ਕਿ ਅੰਦਰੋਂ ਵੀ ਮੈਨੂੰ ਵੀ ਜਿਹੜਾ ਹੈ ਉਹ ਪ੍ਰਸ਼ਾਦ ਮਿਲਿਆ ਹੈਗਾ, ਸੋ ਇਹ ਪ੍ਰਸ਼ਾਦ ਮੈਂ ਤੁਹਾਨੂੰ ਦੇ ਦਿੰਦਾ ਹੈਗਾ। ਉਸ ਗੁਰਸਿੱਖ ਨੇ ਵੀ ਉਸ ਬੀਬੀ ਨੂੰ ਜਿਹੜਾ ਸੀਗਾ ਉਹ ਪ੍ਰਸ਼ਾਦ ਦੇ ਦਿੱਤਾ। ਇਸ ਤਰ੍ਹਾਂ ਪ੍ਰਸ਼ਾਦ ਦਾ ਦੋਹਰਾ ਗੱਫਾ ਪ੍ਰਾਪਤ ਕਰਕੇ ਉਹ ਜਿਹੜੀ ਬੀਬੀ ਸੀ ਮਨ ਹੀ ਮਨ ਬੜੀ ਪ੍ਰਸੰਨ ਹੋਈ, ਅਤੇ ਪ੍ਰਸੰਨ ਹੋ ਕੇ ਜਦੋਂ ਘਰ ਚਲੀ ਗਈ, ਪਰ ਅਗਲੇ ਦਿਨ ਜਦ ਉਹ ਆਪਣੇ ਨੇਮ ਅਨੁਸਾਰ ਦੁਬਾਰਾ ਦਰਬਾਰ ਸਾਹਿਬ ਆਈ ਸੀਗੀ, ਤਾਂ ਉਹ ਜਿਹੜੀ ਸਿੱਖ ਬੀਬੀ ਪਹਿਰੇ 'ਤੇ ਜਿਹੜੀ ਖੜੀ ਸੀਗੀ ਤਾਂ ਉਹ ਉੱਥੇ ਹੀ ਸੇਵਾ ਦੇ ਰਹੀ ਸੀ। ਪਰ ਜਦ ਇਹ ਬੀਬੀ ਜਿਹੜੀ ਸੀ ਆਪਣੀ ਜਗ੍ਹਾ ਵੱਲ ਜਿੱਥੇ ਉਹ ਰੋਜ਼ ਬਹਿੰਦੀ ਹੁੰਦੀ ਸੀ ਜਦ ਦੇਖਿਆ ਤਾਂ ਉਹ ਜਗ੍ਹਾ ਵੀ ਖਾਲੀ ਸੀ, ਅਤੇ ਪਰ ਉਹ ਜਿਹੜੀ ਪਹਿਰੇ ਦੀ ਬੀਬੀ ਸੀਗੀ ਜਿਹਨੇ ਉਹਨੂੰ ਕੱਲ੍ਹ ਉੱਥੋਂ ਬੈਠਣ ਤੋਂ ਰੋਕ ਦਿੱਤਾ ਸੀਗਾ, ਉਹਦੇ ਕਰਕੇ ਉਹ ਸਿੱਖ ਬੀਬੀ ਉਸ ਜਗ੍ਹਾ 'ਤੇ ਨਹੀਂ ਬੈਠੀ। ਪਰ ਜਦ 5-7 ਮਿੰਟ ਉੱਥੇ ਖੜੀ ਤੱਕਦੀ ਰਹੀ, ਪਰ ਪਹਿਰੇਦਾਰੀ ਜਿਹੜੀ ਬੀਬੀ ਸੀਗੀ ਉਹ ਬੋਲ ਪਈ, ਕਹਿਣ ਲੱਗੇ, ਕਹਿੰਦੇ ਭੈਣ ਜੀ ਕੀ ਗੱਲ ਹੈ, ਤੁਸੀਂ 5-7 ਮਿੰਟ ਹੋ ਗਏ ਖੜਿਆਂ ਨੂੰ, ਤੁਸੀਂ ਇਸ ਜਗ੍ਹਾ 'ਤੇ ਕਿਉਂ ਨਹੀਂ ਬਹਿੰਦੇ? ਜਦ ਇੰਨੀ ਗੱਲ ਹੋਈ ਤਾਂ ਉਹ ਸਿੱਖ ਬੀਬੀ ਜਿਹੜੀ ਇਹ ਉਸ ਜਗ੍ਹਾ 'ਤੇ ਖੜੀ ਸ਼ਸ਼ੋਪਨ ਦੇ ਵਿੱਚ ਸੀਗੀ, ਉਹ ਪਹਿਰੇਦਾਰ ਬੀਬੀ ਵੱਲ ਦੇਖ ਕੇ ਤੱਕਣ ਲੱਗੀ ਅਤੇ ਨਾਲ ਹੀ ਕਹਿਣ ਲੱਗੀ ਕਿ ਕੱਲ੍ਹ ਤਾਂ ਤੁਸੀਂ ਮੈਨੂੰ ਜਿਹੜਾ ਸੀਗਾ ਰੋਕ ਦਿੱਤਾ ਸੀਗਾ ਕਿ ਤੁਸੀਂ ਇਸ ਜਗ੍ਹਾ 'ਤੇ ਨਹੀਂ ਬੈਠਣਾ, ਇਸੇ ਕਰਕੇ ਅੱਜ ਮੈਂ ਜੱਕੋ ਤੱਕੋ ਕਰਕੇ ਖੜੀ ਸੋਚ ਰਹੀ ਹਾਂ ਕਿ ਮੈਂ ਇਸ ਜਗ੍ਹਾ 'ਤੇ ਬੈਠਾਂ ਜਾਂ ਨਾ ਬੈਠਾਂ। ਅਗਰ ਮੈਂ ਬੈਠਾਂ ਤਾਂ ਤੁਸੀਂ ਕੱਲ੍ਹ ਵਾਂਗੂ ਜਿਹੜਾ ਸੀਗਾ ਉਹ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੋਗੇ। ਇਸ ਕਰਕੇ ਮੈਂ ਇਸ ਦੁਵੱਲੀ ਸੋਚ ਦੇ ਵਿੱਚ ਜਿਹੜੀ ਫਸ ਗਈ ਸੀ। ਪਰ ਜਦ ਉਹਨੇ ਇਹ ਗੱਲ ਜਿਹੜੀ ਪਹਿਰੇਦਾਰ ਬੀਬੀ ਦੀ ਨੂੰ ਦੱਸੀ ਸੀ ਤਾਂ ਪਹਿਰੇਦਾਰ ਵਾਲੀ ਬੀਬੀ ਜਿਹੜੀ ਸੀ ਉਸੇ ਟਾਈਮ ਬੋਲੀ, ਉਹ ਕਹਿਣ ਲੱਗੀ, ਭੈਣ ਜੀ ਜੋ ਕੱਲ੍ਹ ਤੁਹਾਡੇ ਨਾਲ ਹੋਇਆ ਸੀ ਉਹਦਾ ਮੈਨੂੰ ਬਿਲਕੁਲ ਪਤਾ ਨਹੀਂ, ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਮੇਰੇ ਅੰਦਰ ਜੋ ਇਤਨਾ ਕ੍ਰੋਧ ਜਾਂ ਜੋ ਉਸ ਟਾਈਮ ਦਾ ਜਿਹੜਾ ਵਰਤਾਰਾ ਕਿਉਂ ਹੋ ਗਿਆ ਹੈਗਾ। ਮੈਂ ਤੁਹਾਨੂੰ ਕਿਉਂ ਆਖ ਦਿੱਤਾ ਕਿ ਤੁਸੀਂ ਇਸ ਜਗ੍ਹਾ 'ਤੇ ਨਹੀਂ ਬੈਠਣਾ, ਮੇਰੇ ਕੋਲ ਜੋ ਮੇਰੇ ਅੰਦਰੋਂ ਰੁੱਖੇ ਬਚਨ ਉਸ ਟਾਈਮ ਨਿਕਲੇ ਸੀਗੇ ਉਹਦਾ ਮੈਨੂੰ ਬਿਲਕੁਲ ਵੀ ਇਲਮ ਨਹੀਂ ਹੋਇਆ ਕਿ ਮੈਂ ਇਹ ਕਿਉਂ ਬੋਲੇ ਹੈ। ਜਦ ਉਸ ਪਹਿਰੇਦਾਰ ਬੀਬੀ ਨੇ ਜਿਹੜੀ ਸੀਗੀ ਇਹ ਗੱਲ ਦੱਸੀ ਸੀ ਤਾਂ ਫਿਰ ਉਹ ਜਿਹੜੀ ਸਿੱਖ ਬੀਬੀ ਸੀ ਪ੍ਰਚਾਰਕ ਸੀਗੀ, ਉਹ ਹੈਰਾਨ ਹੋ ਗਈ। ਉਹਨੇ ਮਨ ਦੇ ਵਿੱਚ ਕਿਹਾ ਕਿ ਬਿਲਕੁਲ ਇਹ ਗੱਲ ਬਿਲਕੁਲ ਪੱਕੀ ਹੈ
ਕਿ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜੋ ਮੇਰੇ ਅੰਦਰ ਸੇਵਾ ਦਾ ਹਉਮੈ ਦਾ ਜਿਹੜਾ ਸੀ ਜਾਗ ਉਹ ਉੱਭਰ ਆਇਆ ਸੀਗਾ, ਉਸ ਜਾਗ ਨੂੰ ਕੱਟਣ ਵਾਸਤੇ ਗੁਰੂ ਸਾਹਿਬ ਨੇ ਇਹ ਕਲਾ ਜਿਹੜੀ ਸੀਗੀ ਉਹ ਵਰਤਾਈ ਸੀ ਉਸ ਬੀਬੀ ਦੇ ਅੰਦਰੋਂ ਹੋ ਕੇ। ਸੋ ਜਿਹੜਾ ਕੱਲ੍ਹ ਗੁਰੂ ਸਾਹਿਬ ਨੇ ਜਿਹੜਾ ਸੀ ਮੈਨੂੰ ਇਹ ਸਮਝਾਇਆ ਸੀਗਾ ਕਿ ਗੁਰੂ ਘਰ ਦੇ ਵਿੱਚ ਹਉਮੈ ਨਹੀਂ ਪਾਉਂਦੀ ਹੈ, ਕੇਵਲ ਤੇ ਕੇਵਲ ਨਿਮਰਤਾ ਭਾਵ ਹੀ ਪਾਉਂਦਾ ਹੈਗਾ। ਪਰ ਜਦੋਂ ਮੇਰਾ ਭਾਵ ਜਿਹੜਾ ਸੀਗਾ ਉਸ ਬੀਬੀ ਦੇ ਵਿਰੁੱਧ ਦੀ ਜਗ੍ਹਾ ਜਿਹੜਾ ਸੀਗਾ ਉਹ ਨਿਮਰਤਾ ਭਾਵ 'ਚ ਬਦਲਿਆ, ਫਿਰ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ 2 ਵਾਰ ਪ੍ਰਸ਼ਾਦ ਬਖਸ਼ ਕੇ ਮੇਰੀ ਪੂਰਨ ਤਸੱਲੀ ਜਿਹੜੀ ਸੀ ਕਰਾ ਦਿੱਤੀ ਸੀਗੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਕੋਈ ਵੀ ਕਾਰਨ ਜਦੋਂ ਬਣੇ ਉਸ ਟਾਈਮ ਸਾਨੂੰ ਯਕਦਮ ਫੈਸਲਾ ਨਹੀਂ ਲੈਣਾ ਚਾਹੀਦਾ, ਉਸ ਕਾਰਨ ਦੇ ਪਿੱਛੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਹ ਕਾਰਨ ਸਾਡੇ ਨਾਲ ਕਿਉਂ ਬਣਿਆ ਹੈਗਾ। ਫਿਰ ਗੁਰੂ ਸਾਹਿਬ ਜਿਹੜੀ ਹੈ ਉਹ ਸਾਡੀ ਅਰਦਾਸ ਕਰਦੇ ਆ, ਫਿਰ ਸਾਨੂੰ ਕਾਰਨ ਵੀ ਦੱਸਦੇ ਆ, ਸਾਡੇ ਅੰਦਰੋਂ ਹੀ ਜਿਹੜੀ ਇਹ ਆਵਾਜ਼ ਆਉਂਦੀ ਆ ਕਿ ਭਾਈ ਤੂੰ ਆਪਣੇ ਜੀਵਨ ਦੇ ਵਿੱਚ ਅੱਜ ਇਹ ਗਲਤੀ ਕੀਤੀ ਸੀਗੀ, ਇਸ ਗਲਤੀ ਕਰਕੇ ਇਹ ਤੇਰੀ ਜਿਹੜੀ ਹੈ ਉਹ ਦਸ਼ਾ ਹੋਈ ਹੈ। ਸੋ ਗੁਰਸਿੱਖ ਨੂੰ ਆਪਣੀ ਗਲਤੀ ਜਿਹੜੀ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਹੈ ਉਹ ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਚਾਹੀਦੀ ਹੈ ਕਿ ਮੇਰੀ ਕਿੱਥੇ ਗਲਤੀ ਹੈਗੀ ਆ। ਉਸ ਗਲਤੀ ਦਾ ਜਦੋਂ ਅਸੀਂ ਸੁਧਾਰ ਕਰਾਂਗੇ, ਗੁਰੂ ਸਾਹਿਬ ਤੋਂ ਮੁਆਫੀ ਮੰਗਾਂਗੇ ਤੇ ਗੁਰੂ ਤਾਂ ਸਦਾ ਹੀ ਜਿਹੜਾ ਹੈ ਉਹ ਬਖਸ਼ੰਦ ਦਾਤਾ ਹੈਗਾ। ਸੋ ਇਸ ਕਰਕੇ ਅੱਗੇ ਤੋਂ ਇਹੋ ਗਲਤੀ ਅਸੀਂ ਨਾ ਕਰੀਏ, ਇਹਦੀ ਵੀ ਵਿਚਾਰ ਜਿਹੜੀ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਦੇਣੀ ਚਾਹੀਦੀ ਹੈ, ਤਾਂ ਜੋ ਗੁਰੂ ਦੀ ਜਿਹੜੀ ਪ੍ਰਸੰਨਤਾ ਹੈਗੀ ਹਮੇਸ਼ਾ ਹੀ ਆਪਣੇ ਗੁਰਸਿੱਖ ਨਾਲ ਬਣੀ ਰਹੇ। ਸੋ ਇਸ ਤਰ੍ਹਾਂ ਦੀ ਇੱਕ ਦੂਜੀ ਘਟਨਾ ਆਪਾਂ ਸੰਤ ਬਾਬਾ ਹਰਨਾਮ ਸਿੰਘ ਜਿਹੜੇ ਮਹਾਂਪੁਰਖ ਹੋਏ ਰਾਮਪੁਰ ਖੇੜੇ ਵਾਲੇ, ਉਹਨਾਂ ਦੇ ਜੀਵਨ ਪ੍ਰਸੰਗ ਦੇ ਵਿੱਚੋਂ ਦੇਖਦੇ ਹਾਂ ਕਿ ਇੱਕ ਵਾਰੀ ਮਹਾਂਪੁਰਖ ਜਿਹੜੇ ਸੀਗੇ ਕਿਸੇ ਦਰਖਤ ਦੇ ਇਕਾਂਤ ਦੇ ਵਿੱਚ ਬੈਠੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ ਆਪਣੀ ਮੌਜ ਦੇ ਅੰਦਰ। ਜਦ ਕਿ 1-2 ਪ੍ਰੇਮੀ ਜਦ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਮਿਲਣ ਵਾਸਤੇ ਆਏ ਤਾਂ ਫਤਿਹ ਬੁਲਾ ਕੇ ਬੈਠ ਗਏ। ਫਤਿਹ ਬੁਲਾ ਕੇ ਬੈਠ ਕੇ ਉਹਨਾਂ ਨੇ ਮਹਾਂਪੁਰਖਾਂ ਦੇ ਅੱਗੇ ਇਹ ਬੇਨਤੀ ਕੀਤੀ ਸੀ ਬਾਬਾ ਹਰਨਾਮ ਸਿੰਘ ਜੀ ਦੇ ਅੱਗੇ ਕਿ ਅਸੀਂ ਆਪਣੇ ਖੇਤ ਦੇ ਵਿੱਚ ਕੋਈ ਬੋਰ ਕੀਤਾ ਹੈਗਾ, ਬੜਾ ਪੈਸਾ ਲਾਇਆ, ਪਰ ਉਸ ਬੋਰ ਨੇ ਪਾਣੀ ਨਹੀਂ ਚੱਕਿਆ ਹੈਗਾ, ਉਹ ਬੋਰ ਚੱਲਿਆ ਨਹੀਂ ਹੈ। ਫਿਰ ਅਸੀਂ ਯਤਨ ਕੀਤਾ ਕਿ ਦੂਸਰਾ ਬੋਰ ਉਸ ਖੇਤ ਦੇ ਵਿੱਚ ਕਰੀਏ, ਪਰ ਜਦ ਦੂਸਰਾ ਬੋਰ ਵੀ ਕੀਤਾ ਹੈਗਾ ਪਾਣੀ ਫੇਰ ਨਹੀਂ ਚੱਲਿਆ ਹੈਗਾ। ਇਸ ਕਰਕੇ ਅਸੀਂ ਦੂਰੋਂ ਆਏ ਹਾਂ ਤਾਂ ਜੋ ਤੁਸੀਂ ਸਾਡੇ 'ਤੇ ਕਿਰਪਾ ਕਰੋ ਕਿ ਜਿਹੜੇ ਪਾਣੀ ਦੇ ਬੋਰ ਹੈਗੇ ਆ ਇਹ ਕਿਉਂ ਨਹੀਂ ਚੱਲਦੇ ਹੈਗੇ। ਜਦੋਂ ਇਹੋ ਜਿਹੀ ਬੇਨਤੀ ਉਹਨਾਂ ਗੁਰਸਿੱਖਾਂ ਨੇ ਸੰਤ ਬਾਬਾ ਹਰਨਾਮ ਸਿੰਘ ਅੱਗੇ ਮਹਾਂਪੁਰਖਾਂ ਅੱਗੇ ਕੀਤੀ, ਫਿਰ ਮਹਾਂਪੁਰਖਾਂ ਨੇ ਕਹਿਣ ਲੱਗੇ ਕਿ ਪਹਿਲਾਂ ਤਾਂ ਤੁਸੀਂ ਦੂਰੋਂ ਚੱਲ ਕੇ ਆਏ ਆ, ਇਸ ਕਰਕੇ ਤੁਸੀਂ ਜਾ ਕੇ ਪਹਿਲਾਂ ਲੰਗਰ ਪਾਣੀ ਛਕੋ, ਉਸ ਤੋਂ ਬਾਅਦ ਤੁਸੀਂ ਫਿਰ ਸਾਡੇ ਪਾਸ ਆਇਓ। ਇਹ ਕਹਿ ਕੇ ਮਹਾਂਪੁਰਖ ਜਿਹੜੇ ਸੀਗੇ ਆਪਣੇ ਭਜਨ ਸਿਮਰਨ ਦੇ ਵਿੱਚ ਲੀਨ ਹੋ ਗਏ। ਤਾਂ ਉਹ ਦੋਨੋਂ ਗੁਰਸਿੱਖ ਉੱਠ ਕੇ ਫਿਰ ਲੰਗਰ ਹਾਲ ਦੇ ਵਿੱਚ ਗਏ ਆ, ਉੱਥੋਂ ਉਹਨਾਂ ਨੇ ਪ੍ਰਸ਼ਾਦਾ ਛਕਿਆ, ਚਾਹ ਪਾਣੀ ਛਕਿਆ ਹੈਗਾ। ਉਸ ਤੋਂ ਬਾਅਦ ਫਿਰ ਉਹ ਗੁਰਸਿੱਖ ਜਦੋਂ ਦੁਬਾਰਾ ਮਹਾਂਪੁਰਖਾਂ ਕੋਲ ਆਏ, ਫਿਰ ਮਹਾਂਪੁਰਖਾਂ ਨੇ ਉਹਨਾਂ ਨੂੰ ਇਹ ਆਖਿਆ ਹੈਗਾ ਕਿ ਦਰਅਸਲ ਗੱਲ ਇਹ ਹੈਗੀ ਆ ਕਿ ਤੁਸੀਂ ਕਿਸੇ ਗਰੀਬ ਦੇ ਪੈਸੇ ਦੇਣੇ ਹੈਗੇ ਆ। ਇਹ ਜਿਹੜੇ ਪੈਸੇ ਆ ਤੁਸੀਂ ਉਸ ਗਰੀਬ ਦੇ ਨਾਂ ਦਿੱਤੇ ਕਰਕੇ ਤੁਹਾਡੇ ਖੇਤ ਦੇ ਬੋਰਾਂ ਦੇ ਵਿੱਚੋਂ ਪਾਣੀ ਨਹੀਂ ਆ ਰਿਹਾ ਹੈਗਾ। ਜਦ ਇਹ ਗੱਲ ਹੋਈ ਤਾਂ ਉਹ ਇੱਕ ਜੋ ਸਿੱਖ ਸੀਗਾ ਉਹ ਜਿਹੜਾ ਸੀਗਾ ਉਸੇ ਟਾਈਮ ਮਹਾਂਪੁਰਖਾਂ ਨੂੰ ਕਹਿਣ ਲੱਗਾ ਕਿ ਮੈਂ ਤਾਂ ਕਦੇ ਕਿਸੇ ਦੇ ਪੈਸੇ ਜ਼ਿੰਦਗੀ 'ਚ ਨਹੀਂ ਮਾਰੇ ਹੈਗੇ ਆ, ਮੈਂ ਤਾਂ ਕਦੀ ਕਿਸੇ ਦੇ ਪੈਸੇ ਨਹੀਂ ਦੇਣੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮਹਾਂਪੁਰਖ ਦਾ ਸਰਬੱਗ ਹੁੰਦੇ ਆ। ਇਸੇ ਕਰਕੇ ਫਿਰ ਬਾਬਾ ਹਰਨਾਮ ਸਿੰਘ ਨੇ ਕਹਿ ਦਿੱਤਾ, ਕਹਿੰਦੇ ਦੇਖ ਭਾਈ ਤੂੰ ਚੰਗੀ ਤਰ੍ਹਾਂ ਵਿਚਾਰ ਕਰ ਲੈ ਕਿ ਤੈਂ ਪੈਸੇ ਦੇਣੇ ਆ ਕਿ ਨਹੀਂ ਦੇਣੇ, ਫਿਰ ਮੈਨੂੰ ਵਿਚਾਰ ਕਰਕੇ ਚੰਗੀ ਤਰ੍ਹਾਂ ਦੱਸ। ਫਿਰ ਉਹ ਜਿਹੜਾ ਸੀਗਾ ਸਿੱਖ ਮਹਾਂਪੁਰਖਾਂ ਦੀ ਇਹ ਗੱਲ ਸੁਣ ਕੇ ਚੁੱਪ ਕਰ ਗਿਆ ਅਤੇ ਅੰਦਰ ਹੀ ਅੰਦਰ ਸੋਚਣ ਲੱਗਾ। ਸੋਚਦਾ ਫਿਰ ਉਹਨੇ ਇਹ ਗੱਲ ਆਖੀ ਆ ਕਿ ਮਹਾਂਪੁਰਖ ਦਰਅਸਲ ਗੱਲ ਇਹ ਆ ਕਿ ਮੈਂ ਕਿਸੇ ਗਰੀਬ ਆਦਮੀ ਦੇ 230 ਰੁਪਈਏ ਦੇਣੇ ਆ। ਉਹਨੇ ਮੇਰੇ ਤੋਂ ਕਈ ਵਾਰ ਮੰਗੇ ਆ ਪਰ ਮੈਂ ਇਹਨੂੰ ਦਿੱਤੇ ਨਹੀਂ, ਹਮੇਸ਼ਾ ਮੁੱਕਰਦਾ ਰਿਹਾ ਹੈ। ਅਤੇ ਜਦ ਇਹ ਗੱਲ ਹੋਈ ਹੈ ਤਾਂ ਮਹਾਂਪੁਰਖ ਕਹਿੰਦੇ ਬਸ ਇਹੋ ਹੀ ਜਿਹੜੇ ਤੂੰ ਕਿਸੇ ਗਰੀਬ ਦਾ ਜੋ ਹੱਕ ਮਾਰਿਆ ਹੈਗਾ, ਇਹ ਹੱਕ ਜਿਹੜਾ ਤੇਰੇ ਖੇਤਾਂ ਦੇ ਵਿੱਚ ਪਾਣੀ ਦੀ ਬੋਰ ਦੇ ਵਿੱਚ ਰੁਕਾਵਟ ਬਣ ਰਿਹਾ ਹੈ। ਸੋ ਜਿੰਨਾ ਚਿਰ ਤੂੰ ਉਹਦੇ ਜਿਹੜੇ ਪੈਸੇ ਨਹੀਂ ਦਿੰਦਾ, ਉਹ ਵੀ ਪੈਸੇ ਨਾ ਦੇਣ ਦੀ ਵਜ੍ਹਾ ਕਰਕੇ ਤੇਰੇ ਖੇਤ ਦੇ ਬੋਰਾਂ ਦੇ ਵਿੱਚ ਕਦੀ ਪਾਣੀ ਨਹੀਂ ਚੱਲ ਸਕਦਾ, ਚਾਹੇ ਇੱਕ ਨਹੀਂ ਚਾਹੇ ਜਿੰਨੇ ਮਰਜ਼ੀ ਬੋਰ ਕਰਾ ਲਏ। ਜਦ ਮਹਾਂਪੁਰਖਾਂ ਨੇ ਇਹੋ ਜਿਹਾ ਬਚਨ ਕਰ ਦਿੱਤਾ, ਫਿਰ ਉਹ ਜਿਹੜਾ ਜ਼ਿਮੀਂਦਾਰ ਸੀਗਾ ਬੁਰੀ ਤਰ੍ਹਾਂ ਡਰ ਗਿਆ। ਫਿਰ ਮਹਾਂਪੁਰਖ ਜਿਹੜੇ ਸੀ ਉਹਨੂੰ ਆਖਣ ਲੱਗੇ ਕਿ ਅਗਰ ਤੂੰ ਸੱਚਮੁੱਚ ਪਾਣੀ ਚਾਹੁੰਦਾ ਤਾਂ ਪਹਿਲਾਂ ਉਸ ਗਰੀਬ ਦੇ ਪੈਸੇ ਦੇ ਕੇ ਆ,
ਤੇ ਬਾਕੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿੰਨਾ ਉਹਦਾ ਵਿਆਜ ਬਣਦਾ ਹੈ ਨਾ ਉਹ ਵੀ ਨਾਲ ਦੇ ਕੇ ਆ, ਕਿਉਂਕਿ ਗਰੀਬ ਦੀ ਜਿਹੜੀ ਹਾਂ ਹੁੰਦੀ ਹੈ ਨਾ ਅੰਦਰੋਂ ਲੱਗ ਜਾਂਦੀ ਹੈਗੀ ਆ, ਉਹ ਫਿਰ ਹਾਂ ਜਿਹੜੀ ਹੈਗੀ ਆ ਉਹ ਕਿਸੇ ਵੀ ਜੋ ਪੈਸੇ ਮਾਰਨ ਵਾਲਾ ਸ਼ਖਸ ਹੈਗਾ ਨਾ ਉਹਦਾ ਪਿੱਛਾ ਨਹੀਂ ਛੱਡਦੀ ਹੈਗੀ ਆ, ਉਹਦੇ ਵਾਸਤੇ ਬਹੁਤ ਭਾਰੀ ਰੁਕਾਵਟ ਬਣ ਜਾਂਦੀ ਹੈ। ਇਹ ਸੋਚ ਕੇ ਫਿਰ ਉਹ ਜਿਹੜਾ ਜ਼ਿਮੀਂਦਾਰ ਸੀ ਉਹ ਆਪਣੇ ਘਰ ਗਿਆ, ਉਹਨੇ ਜਾ ਕੇ ਫਿਰ 230 ਰੁਪਈਏ ਅਤੇ 50 ਰੁਪਈਏ ਵਿਦ ਵਿਆਜ ਜਿਹਦੇ ਪੈਸੇ ਮਾਰੇ ਗਰੀਬ ਦੇ ਮਾਰੇ ਸੀ ਉਹਨੂੰ ਦੇਣ ਵਾਸਤੇ ਚਲਾ ਗਿਆ। ਜਦ ਉਹਦੇ ਘਰ ਦਿੱਤੇ ਤਾਂ ਉਹ ਜਿਹਦੇ ਪੈਸੇ ਗਰੀਬ ਦੇ ਦੇਣੇ ਸੀਗੇ ਉਸ ਜ਼ਿਮੀਂਦਾਰ ਨੇ, ਉਹ ਗਰੀਬ ਉਸ ਜ਼ਿਮੀਂਦਾਰ ਨੂੰ ਆਪਣੇ ਘਰ ਦੇ ਵਿੱਚ ਪੈਸੇ ਮੋੜਨ ਆਏ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਸੀਗਾ। ਫਿਰ ਖੈਰ ਉਹਨੇ ਜਿਹੜੇ ਸੀਗੇ 280 ਰੁਪਈਏ ਉਹ ਲਏ ਸੀਗੇ। ਜਦ 280 ਰੁਪਈਏ ਲਏ ਤਾਂ ਮਹਾਂਪੁਰਖਾਂ ਨੇ ਇਹ ਵੀ ਆਖਿਆ ਸੀਗਾ ਕਿ ਜਦੋਂ ਤੂੰ ਉਹਦੇ ਪੈਸੇ ਦੇ ਦੇਂਗਾ ਤਾਂ ਫਿਰ ਜਿਹੜਾ ਤੇਰਾ ਪਹਿਲਾ ਬੋਰ ਆ ਪਾਣੀ ਵਾਲਾ ਜਿਸ ਤੋਂ ਪਾਣੀ ਨਿਕਲਿਆ ਨਹੀਂ ਉਹੀ ਬੋਰ ਨੂੰ ਚਾਲੂ ਕਰੋ, ਉਹੀ ਬੋਰ ਚੱਲ ਪਵੇਗਾ। ਦੇਖੋ ਮਹਾਂਪੁਰਖਾਂ ਦਾ ਬਚਨ ਸੱਤ ਹੋਇਆ। ਜਦ ਜਿਉਂ ਹੀ ਉਸ ਨੇ ਉਸ ਗਰੀਬ ਦੇ ਜਿਹੜੇ ਦੱਬੇ ਹੋਏ ਮਾਰੇ ਹੋਏ ਪੈਸੇ ਸੀਗੇ ਜਦ ਵਿਦ ਵਿਆਜ ਮੋੜ ਦਿੱਤੇ, ਜਦ ਪਹਿਲਾ ਬੋਰ ਚਾਲੂ ਕੀਤਾ ਤਾਂ ਉਸ ਬੋਰ ਦੇ ਵਿੱਚੋਂ ਫਿਰ ਲਪਾਲਪ ਪਾਣੀ ਜਿਹੜਾ ਸੀਗਾ ਉਹ ਨਿਕਲਣ ਲੱਗ ਪਿਆ, ਜੋ ਪਾਣੀ ਜਿਹੜਾ ਅੱਜ ਤੱਕ ਵੀ ਉਸੇ ਬੋਰ ਦੇ ਵਿੱਚੋਂ ਦੀ ਚੱਲ ਰਿਹਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਗੁਰੂ ਘਰ ਦੇ ਵਿੱਚ ਇੱਕ ਨਹੀਂ ਅਨੇਕਾਂ ਪ੍ਰਮਾਣ ਜਿਹੜੇ ਸਾਨੂੰ ਮਿਲਦੇ ਹੈਗੇ ਆ ਕਿ ਹਮੇਸ਼ਾ ਉਹ ਕੰਮ ਜਿਸ ਕੰਮ ਦੇ ਵਿੱਚ ਸਾਡੀ ਰੁਕਾਵਟ ਹੋਵੇ ਉਹ ਕੰਮ ਸਾਨੂੰ ਜਿਹੜਾ ਕਦੀ ਇਹ ਕਰਨਾ ਨਹੀਂ ਚਾਹੀਦਾ ਹੈਗਾ। ਇਸ ਕਰਕੇ ਸਾਨੂੰ ਹਮੇਸ਼ਾ ਸੋਚਣਾ ਚਾਹੀਦਾ ਕਿ ਅਗਰ ਇਸ ਕੰਮ ਦੇ ਵਿੱਚ ਰੁਕਾਵਟ ਆ ਗਈ ਆ ਤੇ ਇਹਦਾ ਕਾਰਨ ਕੀ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਹਮੇਸ਼ਾ ਹੀ ਆਪਣੇ ਅੰਦਰ ਸੋਚਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਜਦੋਂ ਸਾਡੇ ਅੰਦਰ ਕਿਸੇ ਦੇ ਪ੍ਰਤੀ ਜਿਹੜਾ ਥੋੜ੍ਹੀ ਜਿਹੀ ਜੋ ਲਾਲਸਾ ਹੈਗੀ ਆ ਜਾਂ ਉਹ ਮਾਣ ਜਿਹੜਾ ਸਾਨੂੰ ਕਈਆਂ ਮੌਕਿਆਂ 'ਤੇ ਮਿਲਣਾ ਹੁੰਦਾ ਹੈਗਾ, ਪਰ ਕਿਸੇ ਹਉਮੈ ਦੀ ਬਿਰਤੀ ਦੇ ਕਾਰਨ ਉਹ ਮਾਣ ਜਿਹੜਾ ਹੈਗਾ ਇਹਨਾਂ ਕੰਮਾਂ ਦੇ ਵਿੱਚ ਵੀ ਬਹੁਤ ਭਾਰੀ ਰੁਕਾਵਟ ਬਣ ਜਾਂਦਾ ਹੈ। ਸੋ ਇਹ ਚੀਜ਼ਾਂ ਸਾਨੂੰ ਬਹੁਤ ਗਹਿਰਾਈ ਦੇ ਵਿੱਚ ਸੋਚਣ ਦੀ ਲੋੜ ਹੈ, ਖਾਸ ਕਰਕੇ ਸਿਮਰਨ ਅਭਿਆਸੀਆਂ ਵਾਸਤੇ। ਜਿਵੇਂ ਇੱਕ ਗੁਰਸਿੱਖ ਆਖਦੇ ਸੀ ਕਿ ਇੱਕ ਵਾਰ ਉਹ ਜਿਹੜੇ ਸੀਗੇ ਉਹ ਸਿਮਰਨ ਅਭਿਆਸ ਕਰਦੇ ਸੀ। ਸਿਮਰਨ ਅਭਿਆਸ ਕਰਦੇ ਇੱਕ ਵਾਰੀ ਸੁਰਤ ਐਸੀ ਜੁੜੀ ਆ ਕਿ ਉਸ ਸੁਰਤ ਦੇ ਵਿੱਚ ਉਹਨੂੰ ਦੇਖਿਆ ਕਿ ਬਾਹਰੋਂ ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਇੱਕ ਬਹੁਤ ਭਾਰਾ ਜੱਥਾ ਜਿਹੜਾ ਹੈ ਉਹਨਾਂ ਦੇ ਦਰਸ਼ਨਾਂ ਵਾਸਤੇ ਆ ਰਿਹਾ ਹੈ ਅਤੇ ਇਸ ਜਥੇ ਦੇ ਵਿੱਚ ਬਹੁਤ ਸੋਹਣੇ ਜਿਹੜੇ ਸ਼ਬਦ ਗਾਏ ਜਾ ਰਹੇ, ਬੜੀਆਂ ਰਸ ਭਰੀਆਂ ਜਿਹੜੀਆਂ ਤੂਤੀਆਂ ਵੱਜ ਰਹੀਆਂ ਹੈਗੀਆਂ। ਪਰ ਕਿਉਂਕਿ ਇਹੋ ਹੀ ਜਿਹੜੀ ਚੀਜ਼ ਸੀ ਉਹਨੇ ਆਪਣੇ ਇੱਕ ਮਿੱਤਰ ਪਾਸੋਂ ਸੁਣੀ ਸੀ ਜਿਹੜੇ ਪਹਿਲੇ ਹੀ ਨਾਮ ਅਭਿਆਸੀ ਸੀਗੇ। ਪਰ ਜਦ ਇਹ ਜਿਹੜੀ ਸੀ ਸਥਿਤੀ ਸੇਮ ਅਵਸਥਾ ਉਹਦੇ ਨਾਲ ਵਾਪਰੀ ਤਾਂ ਉਹਦੇ ਮਨ ਦੇ ਵਿੱਚ ਇਹ ਵਿਚਾਰ ਆਏਗਾ ਕਿ ਅੱਜ ਉਹ ਵੀ ਆਪਣੇ ਮਿੱਤਰ ਦੇ ਬਰਾਬਰ ਪਹੁੰਚ ਗਿਆ ਹੈ। ਉਹਦੇ ਜੀਵਨ ਦੇ ਵਿੱਚ ਵੀ ਉਹ ਜਿਹੜੀ ਅਨੁਭਵਤਾ ਆ ਗਈ ਹੈ ਜਿਹੜੀ ਕਿਸੇ ਟਾਈਮ ਉਹਦੇ ਮਿੱਤਰ ਨੇ ਉਹਨੂੰ ਦੱਸੀ ਸੀ। ਬਸ ਜਦ ਇੰਨਾ ਹੀ ਖਿਆਲ ਆਇਆ ਅਤੇ ਬਾਹਰੋਂ ਜਿਹੜੀਆਂ ਆਵਾਜ਼ਾਂ ਸੀਗੀਆਂ ਉਹ ਵੀ ਆਉਣੀਆਂ ਬੰਦ ਹੋ ਗਈਆਂ ਅਤੇ ਸ਼ਬਦ ਵੀ ਬੰਦ ਹੋ ਗਿਆ। ਪਰ ਜਦ ਉਹਨੇ ਬਾਹਰ ਜਾ ਕੇ ਨਿਕਲਿਆ ਉੱਥੇ ਨਾ ਤਾਂ ਕੋਈ ਜਥਾ ਸੀ ਨਾ ਕੋਈ ਇਨਸਾਨ ਦਿਖਾਈ ਦਿੱਤਾ। ਫਿਰ ਉਹ ਸਿੱਖ ਨੂੰ ਜਿਹੜਾ ਸੀ ਮਨ ਦੇ ਵਿੱਚ ਬੜਾ ਪਛਤਾਵਾ ਹੋਇਆ ਕਿ ਮੇਰੇ ਮਨ ਦੇ ਅੰਦਰ ਜਿਹੜਾ ਫੁਰਨਾ ਬਣ ਗਿਆ ਸੀਗਾ ਕਿ ਮੈਂ ਉਹਦੇ ਬਰਾਬਰ ਹੋ ਗਿਆ ਹੈਗਾ ਜਾਂ ਉਹ ਤੋਂ ਉੱਚਾ ਹੋ ਗਿਆ। ਇਸੇ ਫੁਰਨੇ ਨੇ ਅੱਜ ਮੈਨੂੰ ਬਹੁਤ ਸੁੰਦਰ ਜੋ ਸੁਨਹਿਰੀ ਮੌਕਾ ਜੋ ਬਖਸ਼ਿਸ਼ ਦੇ ਰੂਪ ਵਿੱਚ ਗੁਰੂ ਘਰੋਂ ਪ੍ਰਾਪਤ ਹੋਇਆ ਸੀ ਇਸ ਮੌਕੇ ਨੂੰ ਗਵਾ ਦਿੱਤਾ ਹੈਗਾ। ਇਹ ਜਿਹੜੀ ਜੋ ਗੱਲ ਹੁੰਦੀ ਹੈਗੀ ਆ ਇਹਦਾ ਭਾਵ ਇਹ ਹੁੰਦਾ ਹੈਗਾ ਕਿ ਅਗਰ ਸਿਮਰਨ ਸਾਧਨਾ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਆਸੀ ਅਵਸਥਾ ਜਿਹੜੀ ਅਚਨਚੇਤ ਪ੍ਰਗਟ ਹੋਵੇ ਫਿਰ ਉਹ ਕੇਵਲ ਅਤੇ ਕੇਵਲ ਨਿਮਰਤਾ ਦੇ ਭਾਂਡੇ ਦੇ ਨਾਲ ਹੀ ਸੰਭਾਲੀ ਜਾਂਦੀ ਆ। ਜਿਵੇਂ ਇੱਕ ਸੱਜਣ ਦੱਸਦੇ ਸੀ ਕਿ ਉਹਨਾਂ ਨੇ ਇੱਕ ਵਾਰ ਸਿਮਰਨ ਅਭਿਆਸ ਦੇ ਵਿੱਚ ਬਹੁਤ ਸਾਰੀ ਮਾਇਆ ਜਿਹੜੀ ਆ ਉਹ ਦੇਖੀ ਆ। ਜਦ ਉਹ ਮਾਇਆ ਦੇ ਢੇਰ ਦੇਖਿਆ ਯਕਦਮ ਜਿਹੜੀ ਉਹ ਲਾਲਸਾ ਅੰਦਰ ਜਾਗੀ ਹੈ ਕਿ ਉਹਨਾਂ ਨੇ ਯਕਦਮ ਆਪਣਾ ਜਿਹੜਾ ਸਿਮਰਨ ਅਭਿਆਸ ਜਿਹੜਾ ਸੀਗਾ ਉਹ ਬੰਦ ਕਰਕੇ ਜਦ ਬਾਹਰ ਮੁਖੀ ਹੋ ਕੇ ਉਸ ਮਾਇਆ ਨੂੰ ਤੱਕਿਆ, ਜਦ ਬਾਹਰ ਤੱਕਿਆ ਤਾਂ ਬਾਹਰ ਕੁਛ ਵੀ ਨਹੀਂ ਸੀਗੀ। ਭਾਵ ਕੀ ਹੈ ਕਿ ਜਿਹੜੀ ਇਹ ਸਥਿਤੀ ਬਣਨੀ ਸੀ ਮਾਇਆ ਦੀ ਗੱਫਿਆਂ ਦੀ ਹੈਗੀ ਆ ਉਹਦੇ ਵਿੱਚ ਉਹ ਲਾਲਚ ਕਰ ਗਿਆ ਕਿਉਂਕਿ ਹਜੇ ਅਵਸਥਾ ਪੱਕੀ ਨਹੀਂ ਸੀ, ਕੇਵਲ ਅਤੇ ਕੇਵਲ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਸੀ। ਇਹ ਨਿਸ਼ਾਨੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਦੀਆਂ ਹੁੰਦੀਆਂ ਹੈ। ਜਦ ਰਿੱਧੀਆਂ ਸਿੱਧੀਆਂ ਦਿਆਲ ਹੋ ਜਾਂਦੀਆਂ ਤਾਂ ਫਿਰ ਉਸ ਜਗਿਆਸੂ ਨੂੰ ਬਹੁਤ ਵੱਡੇ ਜਿਹੜੇ ਗੁਪਤ ਭੰਡਾਰੇ ਉਹ ਬਖਸ਼ ਦਿੰਦੀਆਂ। ਪਰ ਜਦ ਜਗਿਆਸੂ ਕਿਸੇ ਲਾਲਚ ਲੋਭ ਦੇ ਵਿੱਚ ਜਦ ਥੋੜ੍ਹੀ ਕਾਹਲ ਕਰ ਜਾਂਦਾ ਸੋ ਇਹ ਜਿਹੜੀ ਅਵਸਥਾ ਜਾਂ ਮੌਕੇ ਜੋ ਬਖਸ਼ਿਸ਼ ਦੇ ਰੂਪ ਵਿੱਚ ਉਹਨੂੰ ਮਿਲਦੇ ਹੈਗੇ ਆ ਉਹਦੇ ਹੱਥੋਂ ਵੀ ਜਿਹੜੇ ਇਹ ਮੌਕੇ ਜਾਂਦੇ ਲੱਗਦੇ ਹੈਗੇ ਆ। ਇਸ ਤਰ੍ਹਾਂ ਅਸੀਂ ਇੱਕ ਨਹੀਂ ਹੋਰ ਵੀ ਜਿਹੜੀਆਂ ਅਨੇਕਾਂ ਜਿਹੜੀਆਂ ਉਦਾਹਰਨਾਂ ਆਪਾਂ ਦੇਖਦੇ ਹਾਂ
कि अगर तो वाहिगुरू सानू रोज़ अंमृत वेले उठाल भी दिंदा हैगा। अगर असी इस अंमृत वेले उठ के इशनान पानी करके वाहिगुरू की इबादत भजन बंदगी करते हाँ, अगर किसी नूं ये माण दे नाल कह दईए कि मैं रोज़ इन्ने बजे उठ के रोज़ भजन सिमरन करदा हैगा, जद ये माण नाल जिहड़ी कही हुई गल फिर उस जगियासू का जो अंमृत वेला ना वो सदा लई तोड़ दिंदी है। सो कहण तो भाव यह है कि इन्हां गल्लां दा है ना गुरसिख नूं बहुत भारा जिहड़ा है ना वो ख्याल रखना पैंदा है, क्योंकि अगर ख्याल नहीं रखेगा है ना तो फिर उस दे जीवन दे विच बहुत सारे घाटे पैणे शुरू हो जाते हैं। सो ये चीज़ां जिहड़ियां ने गुप्त होंदियां, इन्हां नूं संभालण दी बड़ी लोड़ है। जिवें महापुरख दसदे कि एक बार किसी महात्मा जो जिहड़े सी उच्च कोटि दे अपने जीवन दे विच भजन बंदगी करदे हुंदे सी ते अपने इलाके दे उत्ते जिहड़े सी उन्हां दा राज भी सी, भाव कि वो जिहड़े महात्मा सी ना राज जोगी सी। पर एक बार समा ऐसा आया कि उन्हां दे जिहड़े है ना राज की हालत बड़ी खस्ता हो गई। इस खस्ता हालत के विच एक जिहड़ी सी कोई माई उस महात्मा जो राजयोगी सीगे उन्हां दे सामने प्रगट हुई तो उन्होंने कहन लगी कि माया है, मैं लक्ष्मी हैगी हाँ, पर मैनूं लगदा कि तेरे राज की जिहड़ी हालत बड़ी खस्ता हो गई है, बड़ी तरसयोग हो गई, इस करके मैं हुण तेरे राज 'च रह नहीं सकदी, हुण मैं इत्थों जांदी हाँ। तो महात्मा कहन लगे चलो ठीक है भाई तेरी मर्जी है। फिर वो दसदे आ कि कुछ चिर बाद फिर एक कामधेन गऊ जिहड़ी सीगी वो भी सामने आई। उसने भी राजा ने कहा कि तेरे राज की जिहड़ी हालत काफ़ी खस्ता हो गई आ ते जिथे जिहड़ी आ माया लक्ष्मी हैगी आ तेरे राज दे विचों चली गई है ते मेरा भी हुण इत्थे चित नहीं लगदा, मैं भी अपने धाम नूं वापस चली जांदी। सो महात्मा कहन लगे चलो ठीक है तेरी मर्जी। दसदे कि कामधेन गऊ भी उत्थों चली गई, पर इस तरह बाद दे विच एक पारदात जो रुख सीगा ना वो भी महात्मा के सामने प्रगट होया ते उहदे विचों आवाज़ आई कि हे राजा तेरे जिहड़े राज की हालत खस्ता हो गई, इस राज दे विचों लक्ष्मी भी चली गई है, कामधेन गऊ भी चल गई है, फिर हुण मैं भी तेरे राज दे विच रह नहीं सकदा हैगा, इस करके मैं भी अपने धाम नूं जांदा है। फिर राजा कहन लगा चलो ठीक है तेरी मर्जी है। देखो वो पारजात रुख भी जिहड़ा सीगा उस राज दे विचों जिहड़ा सीगा अपने धाम नूं चले गया। इस तरह करते करते भाव कि जिन्नियां गुप्त शक्तियां उस राज दे विच राजे दे नाल सहायता करदियां सीगियां वो एक एक करके राजे दा साथ छड्ड गईयां। अखीर दे विच एक बहुत ही सुंदर जिहड़ा बालक जिन्हें चिट्टे कपड़े पाए हुए सी राजा दे सामने प्रगट होया ते राजा ने उन्होंने पूछा कि तू कौन है। तो बालक कहन लगा कि मैनू धर्म कहिंदे ने ते मैं तेरे राज की हालत चंगी तरह देखी है ते तेरे राज की हालत देख के है ना मैनू बड़ा तरस आया, पर मैं मजबूर हाँ कि तेरे राज की हालत खस्ता हो गई आ ते इस करके मैं तेरा हुण साथ नहीं दे सकदा, इस करके मैं भी जिहड़ा हैगा वो अपने वापस अपनी निज जगह दे विच पहुँच जांदा है। ये सोच के जदों वो बालक जिहड़ा सी जाण लगा तो राजा ने जाके ना उस बालक दे पैर फड़ लए। जद पैर फड़े तो राजा नूं कहण लगा कि बाकी तां भावें राज दे विचों सब कुछ चला गया हैगा, लक्ष्मी चल गई आ, कामधेन गऊ चली गई आ, पारजात रुख चल गया, बाकी सारियां शक्तियां चल गईयां, पर क्योंकि तू धर्म हैगा मैं तैनूं कदी अपने राज दे विचों कदी जाण नहीं देहांगा। क्यों अगर धर्म ही चल गया, अगर राज दे विचों सच ही चल गया, जिथे सच चल गया तो फिर उत्थे झूठ का जिहड़ा है ना पूरा जोर हो जाएगा। अगर सच उत्थे रहेगा तो फिर मैनू किसी की परवाह नहीं, क्योंकि मैं धर्म का पल्ला कदी नहीं छड्डांगा। जद ये कह के राजा ने उस जो धर्म सीगा जिन्हें बच्चे का रूप धारण किया सीगा उहदे पैर फड़ लए। बस फिर की सी वो जिहड़ा बच्चा धर्म रूपी सारी खेड खेड रहा सीगा वो राजे ते बड़ा प्रसन्न होया। बस ऐसा प्रसन्न होया जिथे धर्म आ गया फिर उत्थे सब कुछ ही आ जाता हैगा। बस फिर उत्थे वो लक्ष्मी भी आ गई है, कामधेन गऊ भी, पारजात रुख भी आ गया, होर सारियां जिहड़ियां गुप्त शक्तियां ताकतां सीगियां वो भी प्रगट हो गई ते राजे का जिहड़ा राज सीगा दुआरा जिहड़ा सी पूर्ण खुशहाल हो गया। सो कहण तो भाव ये है कि सिख नूं कदी भी सच का पल्ला जिहड़ा वो नहीं छड्डना चाहिदा। इसे करके सानू गुरबाणी ने कहा है फरीदा जे जाना लड़ छिजना तां पिंडी पाइए गंढ, त्रै जेवट मैं नहीं को सब जग डिठा हंड। अगर किसी भी तरह की जिंदगी विच कोई मुसीबत आ जाती आ वो मुसीबत जिहड़े साडे कर्मां दा ही नतीजा हुंदी आ, पर उस मुसीबत नूं देख के कदी भी जिहड़ा ना घबराउणा नहीं चाहिदा हैगा। अपने अंदर झाती मार के अपने कर्मां दी शुद्धि करनी आ ते धर्म का कदी लड़ नहीं छड्डना हैगा। ते जिहड़ा इंसान धर्म का लड़ पल्ला रस्ता कदी नहीं छड्डेगा है ना
ਫਿਰ ਉਸ ਦੇ ਜੀਵਨ ਦੇ ਵਿੱਚ ਦੁਬਾਰਾ ਜਿਹੜੀ ਚੜ੍ਹਦੀ ਕਲਾ ਹੈਗੀ ਹੈ ਉਹ ਇੱਕ ਛਿਣ ਦੇ ਵਿੱਚ ਪ੍ਰਗਟ ਹੋ ਗਈ, ਤਾਂ ਉਹ ਸ਼ਖਸ ਫਿਰ ਲੋਕ ਸੁਖੀਆ ਤੇ ਪ੍ਰਲੋਕ ਸਹੇਲਾ ਹੋ ਜਾਏਗਾ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।